ਵੱਖ-ਵੱਖ ਮੁਲਕਾਂ ਦੀਆਂ ਫੌਜਾਂ ਸਰਹੱਦਾਂ 'ਤੇ ਲੜਦੀਆਂ ਰਹਿੰਦੀਆਂ ਹਨ, ਪਰੰਤੂ ਕਿਸੇ ਮੁਲਕ ਦੀ ਫੌਜ ਵੱਲੋਂ ਆਪਣੇ ਮੁਲਕ ਦੇ ਧਾਰਮਿਕ ਸਥਾਨ 'ਤੇ ਦੁਸ਼ਮਣਾਂ ਦੀ ਤਰ੍ਹਾਂ ਹਮਲਾ ਸ਼ਾਇਦ ਪਹਿਲੀ ਵਾਰ ਹੋਇਆ ਹੋਵੇ। ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਜੂਨ 1984 ਵਿੱਚ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਦੀ ਗੱਲ ਕਰ ਰਿਹਾ ਹਾਂ, ਜਿਸ ਵਿੱਚ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਤੋਪਾਂ ਦੇ ਗੋਲਿਆਂ ਨੇ ਤਬਾਹ ਕਰ ਦਿੱਤਾ ਸੀ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਨਿਰਦੋਸ਼ ਮਾਸੂਮ ਸ਼ਰਧਾਲੂਆਂ ਨੂੰ ਮਾਰ ਦਿੱਤਾ ਸੀ। ਦਰਬਾਰ ਸਾਹਿਬ 'ਤੇ ਪਹਿਲਾਂ ਵੀ ਹਮਲੇ ਹੁੰਦੇ ਸਨ, ਪਰੰਤੂ ਇਹ ਹਮਲਾ ਵੱਖਰਾ ਸੀ ਕਿਉਂਕਿ ਪਹਿਲਾਂ ਹਮਲਾ ਕਰਨ ਵਾਲੇ ਵਿਦੇਸ਼ੀ ਹੁੰਦੇ ਸੀ। ਇਸ ਵਾਰ ਸਾਡੇ ਆਪਣੇ ਮੁਲਕ ਵੱਲੋਂ ਹਮਲਾ ਕੀਤਾ ਗਿਆ ਸੀ, ਆਪਣੇ ਲੋਕਾਂ ਵੱਲੋਂ ਮਾਰਿਆ ਫੁੱਲ ਵੀ ਦੁੱਖ ਦਿੰਦਾ ਹੈ, ਇਹ ਤਾਂ ਤੋਪਾਂ ਦੇ ਗੋਲੇ ਸਨ। ਇਸ ਹਮਲੇ ਦੌਰਾਨ ਕੀ ਕੁਝ ਹੋਇਆ, ਇਸ ਬਾਰੇ ਕਾਫੀ ਕੁਝ ਲਿਖਿਆ ਮਿਲਦਾ ਹੈ। ਜੇਕਰ ਥੋੜ੍ਹੇ ਸ਼ਬਦਾਂ ਵਿੱਚ ਗੱਲ ਕਰਨੀ ਹੋਵੇ ਤਾਂ ਇੱਕ ਗੱਲ ਸਾਫ਼ ਹੈ ਕਿ ਇਸ ਹਮਲੇ ਦੀ ਵਿਉਂਤ ਬਣਾਉਣ ਵਾਲਿਆਂ ਨੂੰ ਧਾਰਮਿਕ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਸੀ, ਜਾਂ ਉਹ ਇਸ ਪੱਖੋਂ ਅਣਜਾਣ ਸਨ। ਉਹਨਾਂ ਨੂੰ ਸਿੱਖ ਧਰਮ, ਸਿੱਖਾਂ ਦੇ ਬਹਾਦਰੀ ਭਰੇ ਇਤਿਹਾਸ ਦੀ ਵੀ ਇੰਨੀ ਸਮਝ ਨਹੀਂ ਸੀ। ਇਹ ਜਾਣਕਾਰੀ ਜਾਂ ਸਮਝ ਭਾਵੇਂ ਉਹਨਾਂ ਕੋਲ ਹੁੰਦੀ ਵੀ, ਫਿਰ ਵੀ ਉਹ ਬੇਪਰਵਾਹ ਹੋ ਚੁੱਕੇ ਸਨ, ਕਿਉਂਕਿ ਸਟੇਟ ਪਾਵਰ ਮਨੁੱਖ ਨੂੰ ਕਰਪਟ ਹੀ ਨਹੀਂ ਕਰਦੀ ਬਲਕਿ ਅੰਨਾ ਵੀ ਕਰ ਦਿੰਦੀ ਹੈ। ਇਸ ਤਰ੍ਹਾਂ ਦੀ ਪਾਵਰ ਜੇਕਰ ਕਿਸੇ ਪੀੜਤ ਧਿਰ ਕੋਲ ਵੀ ਆ ਜਾਵੇ ਜਾਂ ਜ਼ੁਲਮ ਸਹਿ ਰਹੀ ਧਿਰ ਕੋਲ ਵੀ ਕੋਈ ਵਾਧੂ ਪਾਵਰ ਆ ਜਾਵੇ ਤਾਂ ਉਹ ਧਿਰ ਵੀ ਕਈ ਵਾਰ ਜ਼ਾਲਮ ਬਣ ਜਾਂਦੀ ਹੈ। ਹਮਲਾ ਕਰਨ ਤੋਂ ਪਹਿਲਾਂ ਜਿਵੇਂ ਵਿਉਂਤ ਬਣੀ ਸੀ ਉਹ ਸਭ ਉਲਟੀ ਪੈ ਗਈ। ਫੌਜ ਦਾ ਨੁਕਸਾਨ ਤਾਂ ਹੋਣਾ ਹੀ ਸੀ, ਹੋਰ ਬਹੁਤ ਵੱਡੇ ਨੁਕਸਾਨ ਹੋਏ, ਕੀਮਤੀ ਜਾਨਾਂ ਚਲੀਆਂ ਗਈਆਂ, ਰੈਫਰੈਂਸ ਲਾਇਬ੍ਰੇਰੀ ਜਿਹੜੀ ਕਿ ਬੇਹੱਦ ਕੀਮਤੀ ਸੀ ਸੜ ਕੇ ਸਵਾਹ ਹੋ ਗਈ, ਅਤੇ ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਪੂਰੀ ਤਰ੍ਹਾਂ ਢਹਿ ਢੇਰੀ ਕਰ ਦਿੱਤਾ ਗਿਆ। ਨੁਕਸਾਨ ਹੋਰ ਵੀ ਗਿਣੇ ਜਾ ਸਕਦੇ ਹਨ। ਸਭ ਤੋਂ ਵੱਡਾ ਨੁਕਸਾਨ ਭਾਵਨਾਵਾਂ ਦਾ ਕਤਲ ਹੋਇਆ ਸੀ। ਕਤਲ ਹੋਈਆਂ ਭਾਵਨਾਵਾਂ ਨੇ 1 ਸਾਲ ਨਹੀਂ ਟੱਪਣ ਦਿੱਤਾ, ਬਲਕਿ ਉਸੇ ਕੈਲੰਡਰ ਵਿੱਚ ਨਵੰਬਰ 1984 ਨੂੰ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੱਤਾ ਅਤੇ ਇਸ ਤੋਂ ਪਿੱਛੋਂ ਹੋਏ ਨਿਰਦੋਸ਼ ਲੋਕਾਂ ਦੇ ਕਤਲਾਂ ਦੀ ਕਹਾਣੀ ਬਹੁਤ ਲੰਮੀ ਹੈ। ਲਾਕਡਾਊਨ ਤੋਂ ਕੁਝ ਹਫ਼ਤੇ ਪਹਿਲਾਂ ਮੈਂ ਅੰਮ੍ਰਿਤਸਰ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਬੈਠਾ ਸੀ। ਇਸ ਦੌਰਾਨ ਮੇਰੇ ਲਾਗੇ ਬੈਠੇ ਇੱਕ 50 ਕੁ ਸਾਲਾਂ ਦੇ ਆਦਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਉਹ ਗੁਰਦੁਆਰਾ ਕਿਹੜਾ ਹੈ। ਜਦੋਂ ਮੈਂ ਅਕਾਲ ਤਖ਼ਤ ਸਾਹਿਬ ਬਾਰੇ ਜਾਣਕਾਰੀ ਦਿੱਤੀ ਤਾਂ ਉਹਦਾ ਕੁਝ ਯਕੀਨ ਵੱਜ ਗਿਆ। ਲੱਗਦਾ ਸੀ ਫਿਰ ਉਸਨੇ ਜੂਨ 1984 ਦੀ ਗੱਲ ਤੋਰ ਲਈ। ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ, ਕਿਉਂਕਿ ਮੇਰੇ ਵੇਖਣ ਤੋਂ ਸ਼ਾਇਦ ਉਹ ਸਮਝ ਗਿਆ ਸੀ ਕਿ ਮੇਰੀਆਂ ਨਰਮ ਹੋਈਆਂ ਅੱਖਾਂ ਉਸ ਤੋਂ ਪੁੱਛ ਰਹੀਆਂ ਸਨ ਕਿ ਤੈਨੂੰ ਜੂਨ 1984 ਬਾਰੇ ਨਹੀਂ ਪਤਾ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸਨੇ ਦੱਸਿਆ ਕਿ ਜਦੋਂ ਇਹ ਹਮਲਾ ਹੋਇਆ ਸੀ ਤਾਂ ਉਸ ਸਮੇਂ ਉਹ ਯੂਪੀ ਵਿੱਚ ਪੱਕੇ ਤੌਰ 'ਤੇ ਰਹਿੰਦਾ ਸੀ। ਉਸ ਨਾਲ ਹੋਈ ਵਾਰਤਾਲਾਪ ਨੇ ਮੇਰੇ ਸਾਹਮਣੇ ਇੱਕ ਗੰਭੀਰ ਪ੍ਰਸ਼ਨ ਖੜਾ ਕਰ ਦਿੱਤਾ ਕਿ ਇੱਥੋਂ ਕੇਵਲ ਪੈਦਲ ਜਾਣ ਦੇ ਲਈ 5 ਮਿੰਟਾਂ ਦੇ ਰਸਤੇ 'ਤੇ ਜਲ੍ਹਿਆਂਵਾਲਾ ਬਾਗ ਹੈ। ਇਸ ਬਾਗ ਵਿੱਚ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਵਿਸਾਖੀ 1919 ਨੂੰ ਜਨਰਲ ਉਡਵਾਇਰ ਨੇ ਹਜ਼ਾਰਾਂ ਲੋਕ ਗੋਲੀਆਂ ਨਾਲ ਭੁੰਨ ਦਿੱਤੇ ਸਨ। ਇਸ ਬਾਗ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਨੂੰ ਹੁਣ ਤੱਕ ਸਰਕਾਰ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਹੈ, ਬਲਕਿ ਇਹਨਾਂ ਉੱਤੇ ਕਲੀ ਦੇ ਚੱਕਰ ਲਗਾ ਕੇ ਇਹਨਾਂ ਨੂੰ ਚਮਕਾਇਆ ਗਿਆ ਹੈ। ਪਰੰਤੂ ਦਰਬਾਰ ਸਾਹਿਬ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਨੂੰ ਚੁਣ ਚੁਣ ਕੇ ਮਿਟਾ ਦਿੱਤਾ ਗਿਆ ਹੈ। ਇਹ ਨਿਸ਼ਾਨ ਮਿਟਾਉਣ ਵਾਲੇ ਕੋਈ ਵਿਗਿਆਨੀ ਨਹੀਂ ਸਨ, ਸਗੋਂ ਇਸ ਹਮਲੇ ਦਾ ਵਿਰੋਧ ਕਰਨ ਲਈ
ਉੱਚੀਆਂ ਹੇਕਾਂ ਲਾਉਣ ਵਾਲੇ ਸਿੱਖਾਂ ਦੇ ਪ੍ਰਤੀਨਿਧ ਲੋਕਾਂ ਨੇ, ਸਿੱਖਾਂ ਦੀ ਪ੍ਰਤੀਨਿਧ ਸੰਸਥਾ ਤੋਂ ਇਹ ਪਵਿੱਤਰ ਕੰਮ ਕਰਵਾਇਆ ਹੈ। ਹੁਣ ਸ਼ਾਇਦ ਤੁਸੀਂ ਸਮਝ ਗਏ ਹੋਵੋਗੇ ਕਿ 1984 ਤੋਂ ਪਿੱਛੋਂ ਅਸੀਂ ਕੀ ਕੀਤਾ ਹੈ। ਹਾਂ, ਇਸ ਵਿੱਚ ਸਭ ਸ਼ਾਮਲ ਹਨ। ਉਹ ਕਿਵੇਂ, ਇਸ ਬਾਰੇ ਆਪਾਂ ਗੱਲ ਕਰਦੇ ਹਾਂ। ਗੱਲ ਗੰਭੀਰ ਵੀ ਹੈ, ਸੱਚੀ ਵੀ ਹੈ ਅਤੇ ਕੌੜੀ ਵੀ ਹੈ। ਇਸ ਕਰ ਜੂਨ 1984 ਦਾ ਹਮਲਾ ਕੋਈ ਦੋ ਬਰਾਬਰ ਦੀਆਂ ਧਿਰਾਂ ਵਿੱਚ ਯੁੱਧ ਨਹੀਂ ਸੀ, ਬਲਕਿ ਇੱਕ ਛੋਟੇ ਜਿਹੇ ਗਰੁੱਪ ਜਿਸ ਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਰ ਰਹੇ ਸਨ ਨੂੰ ਖਤਮ ਕਰਨ ਦੇ ਲਈ ਇੱਕ ਯੋਜਨਾਬੱਧ ਹਮਲਾ ਸੀ। ਇਸ ਹਮਲੇ ਦੀ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ। ਇੱਕ ਅਹਿਮ ਗੱਲ ਇਹ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਅਤੇ ਉਹਨਾਂ ਦੇ ਹੀ ਸ਼ਹੀਦੀ ਪੁਰਬ ਵਾਲੇ ਦਿਨ ਇਸ ਪਵਿੱਤਰ ਜਗ੍ਹਾ ਨੂੰ ਹਮਲੇ ਦੇ ਲਈ ਚੁਣਿਆ ਗਿਆ। ਇੱਕ ਪਾਸੜ ਹਮਲੇ ਨੇ ਸੁਭਾਵਿਕ ਹੀ ਸਿੱਖ ਹਿਰਦਿਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਇਹਨਾਂ ਜ਼ਖਮਾਂ 'ਤੇ ਮੱਲਮ ਲਗਾਉਣ ਦੀ ਬਜਾਏ ਜ਼ਖਮਾਂ ਨੂੰ ਹੀ ਮਿਟਾ ਦੇਣ ਦੀ ਨੀਤੀ ਕਾਫੀ ਲੰਮਾ ਸਮਾਂ ਚੱਲਦੀ ਰਹੀ। ਦੂਸਰੇ ਪਾਸੇ ਸਿੱਖਾਂ ਨੇ ਇਸ ਘਟਨਾ ਦਾ ਭਾਵਨਾਤਮਕ ਪ੍ਰਤੀਕਰਮ ਹੀ ਪੇਸ਼ ਕੀਤਾ ਹੈ, ਪਰੰਤੂ ਭਾਵਨਾਵਾਂ ਦੀ ਜੇਕਰ ਕਦਰ ਹੁੰਦੀ ਤਾਂ ਹਮਲਾ ਹੀ ਨਾ ਹੁੰਦਾ। ਸ਼ਾਇਦ ਇਹੀ ਕਾਰਨ ਹੈ ਕਿ ਭਾਰਤ ਦੀ ਪਾਰਲੀਮੈਂਟ ਨੇ ਇਸ ਹਮਲੇ ਦੀ ਅੱਜ ਤੱਕ ਮੁਆਫੀ ਨਹੀਂ ਮੰਗੀ। ਵੈਸੇ ਹਮਲਾਵਰ ਧਿਰ ਬਹੁਤ ਘੱਟ ਮੌਕਿਆਂ 'ਤੇ ਮਾਫੀ ਮੰਗਦੀ ਹੈ, ਉਹ ਵੀ ਉਦੋਂ ਜਦੋਂ ਪੀੜਤ ਧਿਰ ਉਸ ਨੂੰ ਇਹ ਅਹਿਸਾਸ ਕਰਾ ਦੇਵੇ ਕਿ ਤੁਸੀਂ ਸਾਡੇ ਨਾਲ ਚੰਗਾ ਨਹੀਂ ਕੀਤਾ ਸੀ। ਦੁਖੀ ਭਾਵਨਾਵਾਂ ਨੇ ਆਪਣੀ ਪੀੜ ਨੂੰ ਦਰਬਾਰ ਸਾਹਿਬ ਵਿੱਚ ਲੱਗੇ ਗੋਲੀਆਂ ਦੇ ਨਿਸ਼ਾਨਾਂ ਨੂੰ ਮਿਟਾਉਣ ਦੀ ਤਰ੍ਹਾਂ ਆਪਣੇ ਹਿਰਦਿਆਂ ਵਿੱਚ ਦੱਬਣ ਦਾ ਯਤਨ ਕੀਤਾ ਸੀ। ਦੱਬੀ ਹੋਈ ਪੀੜ ਨੂੰ ਵੋਟਾਂ ਦੇ ਸਮੇਂ ਯਾਦ ਕਰਵਾ ਕੇ ਇਸ ਦਾ ਮੁੱਲ ਵੱਟਣ ਵਾਲੇ ਰਾਜ ਕਰਦੇ ਰਹੇ। ਉਹਨਾਂ ਨੇ ਆਪਣੇ ਭਾਈਵਾਲਾਂ ਨੂੰ ਵੀ ਇਹ ਅਹਿਸਾਸ ਨਹੀਂ ਕਰਵਾਇਆ, ਕਿਉਂਕਿ ਇਸ ਲਈ ਹੌਸਲਾ ਚਾਹੀਦਾ ਸੀ ਜੋ ਇਹ ਧਿਰ ਛੱਡ ਚੁੱਕੀ ਸੀ। ਇੱਕ ਵਾਰ ਝੁਕਿਆ ਇਨਸਾਨ ਸਦਾ ਲਈ ਝੁਕ ਜਾਂਦਾ ਹੈ। ਇਹੋ ਹਾਲ ਉਸ ਮੌਕੇ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਸੀ ਅਤੇ ਬੂਟਾ ਸਿੰਘ ਵੀ ਉਹਦੇ ਵਰਗਾ ਹੀ ਸੀ, ਪਰ ਇਹ ਦੋਵੇਂ ਬਾਅਦ ਵਿੱਚ ਭੁੱਲ ਬਖਸ਼ਾ ਗਏ ਸਨ। ਇਸ ਹਮਲੇ ਵਿੱਚ ਜੋ ਜਾਨੀ ਮਾਲੀ ਨੁਕਸਾਨ ਹੋਇਆ ਉਸ ਦੀ ਅੱਜ ਤੱਕ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ। ਗੱਲ ਬਹੁਤੀ ਲੰਮੀ ਨਾ ਹੋਵੇ, ਆਪਾਂ ਅਸਲ ਮੁੱਦੇ ਵੱਲ ਆਈਏ ਕਿ ਜੂਨ 1984 ਤੋਂ ਪਿੱਛੋਂ ਸਿੱਖਾਂ ਨੇ ਕੀ ਕੀਤਾ। ਸੱਚ ਕਹਾਂ ਤਾਂ ਇਹ ਨਾ ਭੁੱਲਣਯੋਗ ਵਰਤਾਰੇ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਵਨਾਵਾਂ ਦੀ ਪੱਧਰ 'ਤੇ ਇਸ ਨੂੰ ਜਿਉਂਦਾ ਰੱਖਿਆ। ਤੁਸੀਂ ਖੁਦ ਸੋਚੋ, ਜੇਕਰ ਜ਼ਖਮਾਂ ਦਾ ਇਲਾਜ ਕਰਨ ਦੀ ਬਜਾਏ ਇਹਨਾਂ ਨੂੰ ਉੱਪਰੋਂ ਢੱਕ ਦਿੱਤਾ ਜਾਵੇ ਤਾਂ ਕੀ ਹੋਵੇਗਾ? ਇਸ ਦਾ ਉੱਤਰ ਤੁਹਾਡੇ ਸਭ ਦੇ ਸਾਹਮਣੇ ਹੈ, ਤੁਹਾਡੇ ਆਲੇ ਦੁਆਲੇ ਹੈ। ਪੰਜਾਬ, ਜਿਸ ਨੂੰ ਕਿਸੇ ਸਮੇਂ ਦੇਸਾਂ ਵਿੱਚੋਂ ਦੇਸ਼ ਕਿਹਾ ਜਾਂਦਾ ਸੀ, ਅੱਜ ਇਹ ਉਜੜ ਰਿਹਾ ਹੈ। ਥੋੜ੍ਹਾ ਗੰਭੀਰ ਹੋ ਕੇ ਸੋਚੋ ਕਿ ਇਸ ਉਜਾੜੇ ਦੀਆਂ ਤੰਦਾਂ ਜੂਨ 1984 ਨਾਲ ਜੁੜੀਆਂ ਨਜ਼ਰ ਆਉਣਗੀਆਂ। ਨਸ਼ੇ, ਨੈਤਿਕ ਨਿਘਾਰ, ਗੈਂਗਵਾਰ, ਖੁਦਕੁਸ਼ੀਆਂ ਅਤੇ ਕਿੰਨਾ ਕੁਝ ਹੋਰ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਇਸ ਧਰਤੀ 'ਤੇ ਵਾਪਰ ਰਿਹਾ ਹੈ। ਇਹ ਸਭ ਕੁਝ ਦੀ ਦੋਸ਼ੀ ਕੋਈ ਇੱਕ ਧਿਰ ਨਹੀਂ ਹੈ, ਨਾ ਇੱਕ ਪਾਰਟੀ, ਨਾ ਇੱਕ ਸਰਕਾਰ, ਸਗੋਂ ਇਹ ਉਹ ਜੀਵਨ ਫਲਸਫਾ ਹੈ ਜਿਸ ਨਾਲ ਸੱਚੇ ਪਾਤਸ਼ਾਹ ਦੀ ਸੁਰ ਨਹੀਂ ਰਲ ਸਕਦੀ। ਦੁਨਿਆਵੀ ਤਾਕਤ ਦੀ ਸੱਚੇ ਪਾਤਸ਼ਾਹ ਨਾਲ ਭਲਾ ਕਿਵੇਂ ਬਣ ਸਕਦੀ ਹੈ? ਪਰੰਤੂ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਨੂੰ ਜੇਕਰ ਅਸੀਂ ਆਧੁਨਿਕ ਜੀਵਨ ਜਾਂਚ ਦੇ ਨਾਲ ਜੋੜ ਕੇ ਦੇਖੀਏ ਤਾਂ ਇਸ ਹਮਲੇ ਤੋਂ ਪਹਿਲਾਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦੇ ਨਾਲ ਜੋ ਵਿਗਾੜ ਪੈਦਾ ਹੋਣਾ ਸ਼ੁਰੂ ਹੋ ਗਏ ਸੀ, ਉਹਦੇ ਖਿਲਾਫ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ
ਉਹਨਾਂ ਨਾਲ ਜੁੜੇ ਨੌਜਵਾਨਾਂ ਦਾ ਇੱਕ ਪ੍ਰਤੀਕਰਮ ਪੰਜਾਬ ਦੀ ਧਰਤੀ ਤੋਂ ਉੱਠ ਰਿਹਾ ਸੀ ਤੇ ਉਸ ਪ੍ਰਤੀਕਰਮ ਨੂੰ ਜਿਸ ਤਰੀਕੇ ਦੇ ਨਾਲ ਦਬਾਇਆ ਗਿਆ, ਇਹ ਕਿਸੇ ਦਿਨ ਫੇਰ ਆਪਾਂ ਗੱਲ ਕਰਾਂਗੇ। ਜੂਨ 1984 ਤੋਂ ਬਾਅਦ ਸਿੱਖਾਂ ਵਿੱਚ ਇੱਕ ਨਾਅਰਾ ਬੜਾ ਪ੍ਰਚਲਿਤ ਕੀਤਾ ਗਿਆ ਸੀ, ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਗਲੇ ਮਲੇ ਹੈ। ਇਹ ਕਿਸ ਨੇ ਕਿਹਾ, ਕਿੱਥੇ ਲਿਖਿਆ, ਕਿਸੇ ਨੂੰ ਕੋਈ ਪਤਾ ਨਹੀਂ, ਪਰ ਇਹ ਨਾਅਰਾ ਸਿੱਖ ਆਗੂਆਂ ਦੇ ਕਾਫੀ ਰਾਸ ਆਇਆ। ਇਸ ਕਰਕੇ ਉਹ ਰਾਜ ਤੇ ਸੇਵਾ ਦਾ ਸੁਮੇਲ ਕਰਕੇ ਸਿੱਖ ਭਾਵਨਾਵਾਂ ਦੀ ਸਵਾਰੀ ਕਰਨ ਵਿੱਚ ਕਾਮਯਾਬ ਹੁੰਦੇ ਰਹੇ ਹਨ। ਸਿੱਖਾਂ ਦੀ ਇਹ ਬਦਕਿਸਮਤੀ ਹੈ ਕਿ ਇਹ ਗਿਆਨ ਭਾਵ ਪੜ੍ਹਾਈ ਨਾਲੋਂ ਟੁੱਟ ਚੁੱਕੇ ਹਨ। ਵਿਦੇਸ਼ਾਂ ਵੱਲ ਵਹੀਰਾਂ ਘੱਤਣ ਵਾਲੇ ਨੌਜਵਾਨਾਂ ਨੂੰ ਪੜ੍ਹਾਈ ਨਾਲੋਂ ਹੋਰ ਬਹੁਤ ਕੁਝ ਚੰਗਾ ਲੱਗਦਾ ਹੈ। ਕਈ ਵਾਰ ਸਿੱਖਾਂ ਨੂੰ ਯਹੂਦੀਆਂ ਵਰਗੀਆਂ ਪੀੜਤ ਧਿਰਾਂ ਨਾਲ ਜੋੜ ਦਿੱਤਾ ਜਾਂਦਾ ਹੈ। ਬੇਸ਼ੱਕ ਪੀੜਤ ਦੋਵੇਂ ਹਨ, ਪਰ ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਯਹੂਦੀਆਂ ਲਈ ਬੱਚਿਆਂ ਨੂੰ ਪੜ੍ਹਾਉਣਾ ਅਤੇ ਗਿਆਨ ਹਾਸਲ ਕਰਨਾ ਤੇ ਕਰਵਾਉਣਾ ਸਭ ਤੋਂ ਉੱਤਮ ਅਤੇ ਪਵਿੱਤਰ ਕਾਰਜ ਮੰਨਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਉਹਨਾਂ ਦੀ ਆਬਾਦੀ 0.2% ਹੈ। ਫਿਰ ਵੀ ਉਹਨਾਂ ਦੇ ਵਿਦਵਾਨਾਂ ਨੇ ਹਰ ਖੇਤਰ ਵਿੱਚ ਆਪਣੀ ਚੜ੍ਹਤ ਬਣਾਈ ਹੋਈ ਹੈ। ਅੱਜ ਦੁਨੀਆ ਭਰ ਵਿੱਚ ਚੰਗੇ ਫਲਾਸਫਰਾਂ, ਵਿਗਿਆਨੀਆਂ, ਕਾਨੂੰਨਦਾਨਾਂ, ਇੰਜੀਨੀਅਰਾਂ, ਪ੍ਰਬੰਧਕਾਂ, ਗੱਲ ਕੀ ਹਰ ਖੇਤਰ ਵਿੱਚ ਯਹੂਦੀ ਅੱਗੇ ਹਨ। ਦੁਨੀਆ ਭਰ ਵਿੱਚੋਂ ਨੋਬਲ ਪ੍ਰਾਈਜ਼ ਇਨਾਮ ਪ੍ਰਾਪਤ ਕਰਨ ਵਾਲੇ 20% ਯਹੂਦੀ ਹਨ। ਇਸ ਮੁਕਾਬਲੇ ਵਿੱਚ ਸਿੱਖ ਨੇੜੇ ਤੇੜੇ ਵੀ ਨਹੀਂ ਹਨ। ਹੁਣ ਵੀ ਕਿਵੇਂ, ਮੈਂ ਖੁਦ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਪੜ੍ਹੇ ਲਿਖੇ ਲੋਕਾਂ ਨੂੰ ਅਕਲ ਘੱਟ ਹੁੰਦੀ ਹੈ, ਜਿਵੇਂ ਅਨਪੜ੍ਹ ਲੋਕ ਅਕਲ ਦੇ ਟੋਕਰੇ ਚੁੱਕੀ ਫਿਰਦੇ ਹੋਣ। ਆਪਾਂ ਗੱਲ ਕਰਦੇ ਸੀ ਸਿੱਖਾਂ ਨੇ ਜੋ ਕੰਮ ਕਰਨੇ ਸੀ ਉਹ ਨਹੀਂ ਕੀਤੇ, ਉਲਟਾ ਇੱਥੇ ਗਾਣੇ ਦੇਖ ਲਓ ਜਿਨ੍ਹਾਂ ਵਿੱਚ ਕਤਲ, ਹਥਿਆਰ, ਸ਼ਰਾਬ, ਫੋਕੀ ਟੌਰ ਦੀਆਂ ਗੱਲਾਂ ਤੇ ਲੋਕ ਵਿਆਹਾਂ ਸ਼ਾਦੀਆਂ ਵਿੱਚ ਨੱਚਦੇ ਟੱਪਦੇ ਦੇਖੇ ਜਾ ਸਕਦੇ ਹਨ। ਇਹ ਉਹ ਗੱਲ ਹੋਈ ਕਿ ਕਿਸੇ ਬਲ ਰਹੇ ਮਲਬੇ ਜਾਂ ਲਾਵੇ ਦੇ ਉੱਪਰ ਜਦੋਂ ਲੋਕੀ ਖੁਸ਼ੀ ਮਨਾਉਣਗੇ ਤਾਂ ਜੀਵਨ ਦੇ ਵਿੱਚ ਟਕਰਾਅ ਪੈਦਾ ਹੋਣੇ ਸੁਭਾਵਿਕ ਹਨ। ਅਖੀਰ ਵਿੱਚ ਗੱਲ ਕਰੀਏ ਕਿ ਕਰਨਾ ਕੀ ਸੀ। ਸਿੱਖ ਲਿਖਾਰੀ, ਵਿਦਵਾਨ ਅਤੇ ਪੱਤਰਕਾਰ ਅਜਿਹਾ ਲਿਖਦੇ ਕਿ ਦੁਨੀਆ ਭਰ ਵਿੱਚ ਕਿਤੇ ਹੋਰ ਥਾਂ ਮਨੁੱਖਤਾ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਨਾ ਹੁੰਦਾ, ਅਤੇ ਕਤਲ ਕਰਨ ਵਾਲੇ ਖੁਦ ਇਹ ਸੋਚਦੇ ਕਿ ਅਸੀਂ ਇਹ ਗਲਤ ਕੀਤਾ ਹੈ। ਜੂਨ 1984 ਦੇ ਹਰ ਵੇਰਵੇ ਨੂੰ ਇਕੱਠਾ ਕੀਤਾ ਜਾਂਦਾ, ਸੰਭਾਲਿਆ ਜਾਣਾ ਚਾਹੀਦਾ ਸੀ। ਹੁਣ ਵੀ ਇਸ ਪਾਸੇ ਵੱਲ ਕੰਮ ਹੋ ਸਕਦਾ ਹੈ। ਪਿਛਲੇ 36 ਸਾਲਾਂ ਤੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਸਲਾ ਜਿਉਂਦਾ ਤਿਉਂ ਹੈ। ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ। ਜੂਨ 1984 ਦੇ ਮਸਲੇ 'ਤੇ ਸਮੁੱਚੇ ਸਿੱਖਾਂ ਨੂੰ ਇੱਕ ਸਾਂਝੀ ਰਾਏ ਬਣਾਉਣੀ ਚਾਹੀਦੀ ਹੈ। ਇਸ ਦਾ ਰਾਜਨੀਤਿਕ ਲਾਹਾ ਲੈਣ ਦੀ ਬਜਾਏ ਇਸ ਨੂੰ ਨਿਰੋਲ ਧਾਰਮਿਕ ਮਸਲਾ ਸਮਝਿਆ ਜਾਣਾ ਚਾਹੀਦਾ। ਪਿਛਲੇ ਸਮੇਂ ਦੇ ਵਿੱਚ ਇਹ ਹੁੰਦਾ ਹੈ ਕਿ ਇੱਕ ਧਿਰ ਜਦੋਂ ਵੋਟਾਂ ਆਉਂਦੀਆਂ ਨੇ ਉਹਨੂੰ ਜੂਨ 1984 ਯਾਦ ਆ ਜਾਂਦਾ ਹੈ। ਵੋਟਾਂ ਲੰਘਣ ਤੋਂ ਬਾਅਦ ਉਹ ਇਸ ਗੱਲ ਨੂੰ ਫੇਰ ਭੁੱਲ ਜਾਂਦੇ ਨੇ। ਉਲਟਾ ਹੋ ਕੀ ਗਿਆ ਕਿ ਅਕਾਲ ਤਖਤ ਸਾਹਿਬ, ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਸੁਤੰਤਰ ਸੰਸਥਾ ਹੈ, ਉਹਨੂੰ ਉਸ ਦੁਨਿਆਵੀ ਤਖਤ ਦੇ ਅਧੀਨ ਕਰਨ ਦੇ ਵਿੱਚ ਇਸ ਧਿਰ ਨੇ ਸਭ ਤੋਂ ਵੱਡਾ ਰੋਲ ਅਦਾ ਕੀਤਾ ਹੈ। ਅੱਜ ਅਕਾਲ ਤਖਤ ਸਾਹਿਬ ਉਸੇ ਰਾਜਨੀਤੀ ਦੇ ਅਧੀਨ ਆ ਚੁੱਕਿਆ ਹੈ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕੀਤਾ ਸੀ। ਲੋੜ ਸਿੱਖ ਫਿਲਾਸਫੀ ਨੂੰ ਸਮਝ ਕੇ ਅੱਜ ਦੇ ਸਮੇਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਅੱਗੇ ਵਧਣ ਦੀ ਹੈ। ਭਾਵੁਕ
ਹੋਣ ਦੀ ਬਜਾਏ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਹੁੰਦਾ ਆਇਆ ਕਿ ਭਾਵਨਾਤਮਕ ਤੌਰ 'ਤੇ ਜਿਹੜਾ ਵੀ ਪ੍ਰਤੀਕਰਮ ਹੋਏਗਾ ਉਹ ਕਿਸੇ ਪਾਸੇ ਵੀ ਕਰਵਟ ਲੈ ਸਕਦਾ ਹੈ। ਸਿੱਖਾਂ ਨੇ ਜੂਨ 84 ਦੇ ਨਾਲ ਕੇਵਲ ਭਾਵਨਾਤਮਕ ਸਾਂਝ ਬਣਾਈ ਹੈ। ਇਹਨੂੰ ਇੱਕ ਅਕਾਦਮਿਕ ਜਾਂ ਸਮੁੱਚੇ ਸਿੱਖ ਭਾਈਚਾਰੇ ਦਾ ਮਸਲਾ ਬਣਾਉਣਾ ਚਾਹੀਦਾ ਹੈ ਤਾਂ ਕਿ ਦੁਨੀਆ ਦੇ ਵਿੱਚ ਕਦੇ ਕਿਸੇ ਵੀ ਭਾਈਚਾਰੇ ਦੇ ਨਾਲ ਇੱਦਾਂ ਦੀ ਘਟਨਾ ਨਾ ਵਾਪਰੇ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕਮੈਂਟ ਦੇ ਰਾਹੀਂ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜੇਕਰ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਸਾਨੂੰ ਬਹੁਤ ਅੱਛਾ ਲੱਗੇਗਾ। ਧੰਨਵਾਦ।